Dr. Ravi Garg, Director Pioneer Immigration, ICCRC member authorized by Canada Government and Canada Embassy ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ੍ਰੀ ਅਕਾਲ। ਕਈ ਚੰਗੀਆਂ ਖਬਰਾਂ, ਕੋਰੋਨਾ ਦੇ ਕੇਸਿਸ ਕਾਫੀ ਘਟ ਗਏ ਨੇ, ਲੇਕਿਨ ਫਿਰ ਵੀ ਹੱਲੇ ਇਹਤਿਆਤ ਜਿਹੜੀ ਹੈ ਪ੍ਰੀਕੋਸ਼ਨਸ ਆਪਾਂ ਜਾਰੀ ਰੱਖਣੀਆਂ ਨੇ ਤਾਂ ਕਿ ਵਧਣ ਨਾ। ਟਰੈਵਲ ਬੈਨ ਜਿਹੜਾ ਹੈਗਾ 31 ਜੁਲਾਈ ਤੱਕ ਸੀਗਾ। ਡਾਇਰੈਕਟ ਫਲਾਈਟਸ ਜਿਹੜੀਆਂ ਨੇ ਏਅਰ ਕੈਨੇਡਾ ਜਾਂ ਹੋਰ ਜਿਹੜੀ ਵੀ ਏਅਰਲਾਈਨਸ ਵੱਲੋਂ 31 ਜੁਲਾਈ ਤੱਕ ਹੱਲੇ ਵੀ ਬੰਦ ਨੇ ਔਰ ਚਾਂਸ ਨਹੀਂ ਹੈਗੇ ਉਸ ਤੋਂ ਪਹਿਲਾਂ ਖੁੱਲ੍ਹਣ ਦੇ, ਲੇਕਿਨ ਕਾਫੀ ਜ਼ਿਆਦਾ ਚਾਂਸਿਸ ਨੇ 31 ਜੁਲਾਈ ਨੂੰ ਖੁੱਲ੍ਹ ਜਾਣਗੀ ਫਲਾਈਟਸ 31 ਜੁਲਾਈ ਤੋਂ ਬਾਅਦ। ਸੋ ਆਪਣੀਆਂ ਫਲਾਈਟਸ ਬੁੱਕ ਕਰਵਾ ਲੈਣੀਆਂ ਚਾਹੀਦੀਆਂ ਨੇ। ਸਪਤੰਬਰ ਇਨਟੇਕ ਦੇ ਸਟੂਡੈਂਟਸ ਜਿਹੜੇ ਨੇ ਜਾਂ ਜਿਹੜੇ ਹੋਰ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਸੀਗੇ ਇੰਡੀਆ ਦੇ ਵਿੱਚ ਹੈਗੇ ਨੇ, ਉਹਨਾਂ ਦੇ ਵੀ ਕਈ ਕੰਡੀਸ਼ਨਸ ਫਿੱਟ ਹੁੰਦੀਆਂ ਨੇ। ਅਤੇ ਜਿਹੜੇ ਵੀ ਇੰਡੀਆ ਦੇ ਵਿੱਚ ਹੈਗੇ ਨੇ ਜਲਦੀ ਤੋਂ ਜਲਦੀ ਅਗਸਤ ਦੇ ਵਿੱਚ ਜਦੋਂ ਵੀ ਫਲਾਈਟਸ ਖੁੱਲ੍ਹਣ ਜਲਦੀ ਤੋਂ ਜਲਦੀ ਕੈਨੇਡਾ ਪਹੁੰਚ ਜਾਣਾ ਚਾਹੀਦਾ ਨੇ। ਜਿਨ੍ਹਾਂ ਨੇ ਵੀ ਆਲਰੇਡੀ ਆਨਲਾਈਨ ਕਲਾਸਿਸ ਜੁਆਇਨ ਕੀਤੀਆਂ ਹੋਈਆਂ ਨੇ ਉਹ ਕਲਾਸਿਸ ਦੇ ਵਿੱਚ ਵੀ ਔਰ ਜਦੋਂ ਮਰਜ਼ੀ, ਔਰ ਅਗਰ ਸਟੂਡੈਂਟਸ ਦੇ ਵੀਜ਼ਾ ਲੱਗ ਚੁੱਕੇ ਨੇ ਅਤੇ ਉਹ ਅਗਸਤ ਦੇ ਵਿੱਚ ਫਲਾਈਟਸ ਖੁੱਲ੍ਹਣ 'ਤੇ ਇਮੀਡੀਏਟਲੀ ਜਾ ਸਕਦੇ ਨੇ, ਅਲਾਊਡ ਹੈਗਾ ਔਰ ਜਾਣਾ ਚਾਹੀਦਾ ਹੈਗਾ। ਹੋਰ ਵੀ ਕਈ ਕੈਟੇਗਰੀਜ਼ ਦੇ ਇੰਟਰਨੈਸ਼ਨਲ ਸਟੂਡੈਂਟਸ ਦੇ ਇਲਾਵਾ ਵੀ ਹੋਰ ਕਈ ਕੈਟੇਗਰੀਜ਼ ਵਾਲਿਆਂ ਨੂੰ ਜਾਣਾ ਅਲਾਊਡ ਹੈਗਾ। ਵਿਜ਼ਟਰ ਵੀਜ਼ਾ 'ਤੇ ਹਰ ਕੋਈ ਨਹੀਂ ਜਾ ਸਕਦਾ, ਜਿਨ੍ਹਾਂ ਦੇ ਵਿਜ਼ਟਰ ਵੀਜ਼ਾ ਲੱਗੇ ਹੋਏ ਨੇ, ਜਿਨ੍ਹਾਂ ਦੇ ਕਲੋਜ਼ ਰਿਲੇਟਿਵ ਨੇ ਉਹੀ ਜਾ ਸਕਦੇ ਨੇ। ਔਰ ਕੌਣ ਜਾ ਸਕਦਾ ਹੈ ਇਹ ਇਸ ਦਾ ਪਹਿਲਾਂ ਕਿਸੇ ਲਾਈਵ ਸੈਸ਼ਨ ਦੇ ਵਿੱਚ ਅਸੀਂ ਗੱਲ ਕੀਤੀ ਸੀ। ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਵੀ ਹੈਗਾ ਔਰ ਸਾਡੇ ਅਲੱਗ-ਅਲੱਗ ਆਫਿਸਿਸ ਦੇ ਵਿੱਚ ਮਿਲ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕੌਣ ਜਾ ਸਕਦਾ ਕੌਣ ਨਹੀਂ ਜਾ ਸਕਦਾ। ਹੋਰ ਬੜੀਆਂ ਸਾਰੀਆਂ ਕਿਉਂਕਿ ਅਪਡੇਟਸ ਸ਼ੇਅਰ ਕਰਨੀਆਂ ਲਿਮਿਟਿਡ ਟਾਈਮ ਦੇ ਵਿੱਚ, ਅਤੇ ਜਿਹੜੀਆਂ ਅੱਜ ਗੱਲ ਸ਼ੇਅਰ ਕਰਾਂਗੇ ਗੱਲਾਂ ਔਰ ਅਪਡੇਟਸ, ਇਸ ਦੇ ਇਲਾਵਾ ਕਈ ਅਪਡੇਟਸ ਪੁਰਾਣੇ ਲਾਈਵ ਸੈਸ਼ਨ ਵਿੱਚ ਸ਼ੇਅਰ ਕੀਤੀਆਂ ਹੁੰਦੀਆਂ ਨੇ। ਅਤੇ ਤੁਸੀਂ ਪਾਇਨੀਅਰ ਇਮੀਗ੍ਰੇਸ਼ਨ ਦੇ ਫੇਸਬੁੱਕ ਪੇਜ, ਇੰਸਟਾਗ੍ਰਾਮ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ, ਲਾਈਕ ਕਰਕੇ ਔਰ ਪੋਸਟਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਫਰੈਂਡਸ ਰਿਲੇਟਿਵਸ ਨੂੰ ਇਹ ਲੇਟੈਸਟ ਅਪਡੇਟਸ ਔਰ ਇਨਫੋਰਮੇਸ਼ਨ ਅਲੱਗ-ਅਲੱਗ ਜਿਹੜੀ ਅਪਡੇਟਸ ਨੇ ਉਹ ਸਾਰੀਆਂ ਪਹੁੰਚ ਸਕਣ ਇਮੀਡੀਏਟਲੀ। ਸੋ ਤਿਆਰੀ ਜ਼ਰੂਰ ਜਿਹੜੀ ਹੈਗੀ ਹੈ ਕਰ ਲੈਣੀ ਚਾਹੀਦੀ ਸਟੂਡੈਂਟਸ ਨੂੰ ਔਰ 31 ਜੁਲਾਈ ਤੋਂ ਬਾਅਦ ਜਿੱਦਾਂ ਹੀ ਫਲਾਈਟਸ ਖੁੱਲ੍ਹਣ ਜਾਣਾ ਚਾਹੀਦਾ ਹੈਗਾ। ਬਾਇਓਮੈਟ੍ਰਿਕਸ ਖੁੱਲ੍ਹ ਗਏ ਨੇ 28 ਆਲਰੇਡੀ। ਬਾਇਓਮੈਟ੍ਰਿਕਸ ਜ਼ਿਆਦਾਤਰ ਸਟੂਡੈਂਟਸ ਦੇ ਬੁੱਕ ਕਰਵਾ ਚੁੱਕੇ ਆ, ਉਹਨਾਂ ਦੀ ਡੇਟਸ ਵੀ ਬਾਈ ਈਮੇਲ ਕਨਫਰਮ ਹੋ ਚੁੱਕੀਆਂ ਨੇ। ਔਰ 26 ਤੋਂ ਬਾਅਦ ਇੱਕ ਫਾਰਮ ਜਿਹੜਾ VFS ਨੇ ਦਿੱਤਾ ਸੀਗਾ, ਸ਼ੁਰੂ ਕੀਤਾ ਸੀਗਾ, ਉਹ ਖਤਮ ਹੋ ਜਾਏਗਾ ਔਰ VAC ਦੀ ਜਿਹੜੀ ਹੈ VFS ਦੀ ਵੈਬਸਾਈਟ 'ਤੇ ਡਾਇਰੈਕਟ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਏਗੀ ਬਾਇਓਮੈਟ੍ਰਿਕਸ ਦੀ ਔਰ ਸਾਰੀ ਕੈਟੇਗਰੀਜ਼ ਵਾਸਤੇ। ਚੰਗੀ ਗੱਲ ਇਹ ਹੈ ਕਿ ਵਿਜ਼ਟਰ ਵੀਜ਼ਾ, ਸਪਾਊਸ ਵੀਜ਼ਾ ਔਰ ਸਾਰਿਆਂ ਵਾਸਤੇ 28 ਤਰੀਕ ਤੋਂ ਬਾਅਦ ਬਾਇਓਮੈਟ੍ਰਿਕ ਸ਼ੁਰੂ ਹੋ ਜਾਏਗੀ। ਮੈਡੀਕਲ ਵੀ ਜਿਹੜੇ ਕਿ ਅੰਬੈਸੀ ਨੇ ਬੰਦ ਕਰਵਾਏ ਹੋਏ ਸੀਗੇ, ਡਾਕਟਰਸ ਨੂੰ ਦੁਬਾਰਾ ਤੋਂ ਅਲਾਓ ਕਰ ਦਿੱਤਾ ਹੈਗਾ 29 ਤੋਂ 29 ਤਰੀਕ ਤੋਂ ਜਿਹੜੀ ਮੈਡੀਕਲ ਵੀ ਸਟੂਡੈਂਟਸ ਦੇ ਦੁਬਾਰਾ ਹੋਣੇ ਸ਼ੁਰੂ ਹੋ ਜਾਣਗੇ। ਸਟੂਡੈਂਟਸ ਜਾਂ ਹੋਰ ਕੈਟੇਗਰੀਜ਼ ਨੇ ਜਿਨ੍ਹਾਂ ਨੇ ਵੀ ਕਰਵਾਉਣਾ ਹੋਵੇ। ਆਈਲੈਟਸ ਸੈਂਟਰਸ ਵੀ ਜਿਹੜੇ ਨੇ ਰੀਸੈਂਟਲੀ ਇੱਕ ਦਿਨ ਪਹਿਲਾਂ ਹੀ ਆਰਡਰ ਹੋ ਚੁੱਕੇ ਨੇ ਔਰ ਆਈਲੈਟਸ ਸੈਂਟਰਸ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈਗੀ ਹੈ। ਸੋ ਸਟੂਡੈਂਟਸ ਚਾਹੇ ਆਨਲਾਈਨ ਕਰ ਲੈਣ, ਬਚਾਵ ਨੂੰ ਧਿਆਨ 'ਚ ਰੱਖਦੇ ਹੋਏ ਭਾਵੇਂ ਜਾ ਕੇ ਹੁਣ ਪਰਸਨਲੀ ਕਲਾਸਿਸ ਅਟੈਂਡ ਕਰ ਸਕਦੇ ਨੇ, ਫੇਸ ਟੂ ਫੇਸ ਇਨ ਕਲਾਸ ਜਾਂ ਇਨ ਪਰਸਨ ਜਿਹੜੇ ਨੇ ਆਈਲੈਟਸ ਦੀਆਂ ਕਲਾਸਿਸ ਜੁਆਇਨ ਕਰ ਸਕਦੇ ਨੇ। ਔਰ ਆਈਲੈਟਸ ਦੀ ਡੇਟ ਬੁੱਕ ਕਰਾ ਕੇ, ਅਗਰ ਤੁਹਾਡਾ ਰਿਜ਼ਲਟ ਪਹਿਲਾਂ ਆਇਆ ਹੋਇਆ ਹੈਗਾ ਅਤੇ ਡੇਟ ਦੀ ਬੁਕਿੰਗ ਕਰਵਾ ਕੇ ਤੁਸੀਂ ਉਸ ਦੇ ਬੇਸ 'ਤੇ ਹੀ ਕੰਡੀਸ਼ਨਲ ਆਫਰ ਲੈਟਰ, ਕੁਝ ਕਾਲਜ, ਸਾਰੇ ਨਹੀਂ, ਕੁਝ ਕਾਲਜਿਸ ਅਲਾਓ ਕਰਦੇ ਨੇ, ਕੰਡੀਸ਼ਨਲ ਆਫਰ ਲੈਟਰ ਵਾਸਤੇ ਅਪਲਾਈ ਕਰ ਸਕਦੇ ਹੈਗੇ ਆ। ਜਾਂ ਜਿਨ੍ਹਾਂ ਦੇ ਆਈਲੈਟਸ ਦੇ ਰਿਜ਼ਲਟ ਆ ਚੁੱਕੇ ਨੇ, ਕਈ ਕਾਲਜਿਸ ਰਿਜ਼ਲਟ ਹਾਲੇ ਨਹੀਂ ਆਏ, ਰਿਜ਼ਲਟ ਤੋਂ ਬਗੈਰ ਆਈਲੈਟਸ ਦਾ ਅਗਰ ਰਿਜ਼ਲਟ ਆ ਚੁੱਕਿਆ ਹੈ ਫਿਰ ਵੀ ਕੰਡੀਸ਼ਨਲ ਆਫਰ ਲੈਟਰ ਦਿੰਦੇ ਨੇ। ਕੰਡੀਸ਼ਨਲ ਐਡਮਿਸ਼ਨ ਵਾਸਤੇ ਆਪਾਂ ਅਪਲਾਈ ਕਰ ਸਕਦੇ ਹਾਂ। ਸੋ ਤੁਹਾਡੀ ਜੋ ਸਿਚੁਏਸ਼ਨ ਹੈਗੀ ਹੈ, ਰਿਜ਼ਲਟ ਤੁਹਾਡਾ ਆ ਚੁੱਕਿਆ ਹੈ ਕਿ ਨਹੀਂ,
ਜਾਂ ਆਈਲੈਟਸ ਦਾ ਰਿਜ਼ਲਟ ਆ ਚੁੱਕਿਆ ਕਿ ਨਹੀਂ, ਆਈਲੈਟਸ ਦੀ ਬੁਕਿੰਗ ਕਰਵਾ ਲੈਣੀ ਹੈ। ਸੋ ਉਹ ਸਾਡੇ ਜਿਹੜੇ ਅਲੱਗ-ਅਲੱਗ ਆਫਿਸ ਸਾਰੇ ਖੁੱਲ੍ਹ ਚੁੱਕੇ ਨੇ। ਫੋਨ 'ਤੇ ਗੱਲ ਕਰਕੇ ਜਾਂ ਵੀਡੀਓ ਕਾਲ ਦੇ ਜ਼ਰੀਏ ਗੱਲ ਕਰਕੇ ਤੁਸੀਂ ਘਰ ਬੈਠੇ ਗੱਲਬਾਤ ਕਰ ਸਕਦੇ ਹੋ, ਜਾਂ ਜ਼ਰੂਰੀ ਹੋਵੇ ਤਾਂ ਆਫਿਸ ਖੁੱਲ੍ਹੇ ਹੋਏ ਨੇ, ਉੱਥੇ ਕਾਉਂਸਲਰਸ ਮੈਨੇਜਰਸ ਨੂੰ ਮਿਲ ਕੇ ਗਾਈਡੈਂਸ ਤੁਸੀਂ ਆਪਣੇ ਪਰਟੀਕੂਲਰ ਕੇਸ ਬਾਰੇ ਲੈ ਸਕਦੇ ਹੋ। ਅਦਰਵਾਈਜ਼ ਜਦੋਂ ਰਿਜ਼ਲਟ ਆ ਜਾਏਗਾ ਔਰ ਆਈਲੈਟਸ ਹੋਏਗਾ, ਅਤੇ ਖਾਸ ਤੌਰ 'ਤੇ ਔਨਲਾਈਨ ਜਦੋਂ ਆਈਲੈਟਸ ਦਾ ਰਿਜ਼ਲਟ ਆ ਜਾਏ, ਉਦੋਂ ਵੀ ਬਹੁਤ ਸਾਰੇ ਜ਼ਿਆਦਾਤਰ ਕਾਲਜ ਯੂਨੀਵਰਸਿਟੀਜ਼ ਦਾ ਅਸੀਂ ਔਨਲਾਈਨ ਐਪਲੀਕੇਸ਼ਨ ਭਰ ਸਕਦੇ ਹਾਂ। TRF ਜਿਹੜਾ ਹੈ ਹਫ਼ਤਾ 5-7-10 ਦਿਨ ਬਾਅਦ ਆਉਂਦਾ ਹੈਗਾ, ਉਸ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ। ਔਨਲਾਈਨ ਅਪਲਾਈ ਕਰਾਂਗੇ, ਡਾਕੂਮੈਂਟਸ ਬਾਅਦ ਦੇ ਵਿੱਚ ਭੇਜਣੇ ਹੁੰਦੇ ਆ, ਉਹ ਹਫ਼ਤੇ 10 ਦਿਨ ਦਾ ਟਾਈਮ ਬਚ ਜਾਏਗਾ ਔਰ ਸਾਡੀ ਐਪਲੀਕੇਸ਼ਨ ਕਿਊ ਦੇ ਵਿੱਚ ਹੋਏਗੀ ਔਰ ਪ੍ਰੈਫਰੈਂਸ ਦੇ ਵਿੱਚ ਆ ਜਾਏਗੀ ਔਰ ਉਸ ਦਾ ਫਾਇਦਾ ਹੋਏਗਾ। ਕਈ ਵਾਰ 10 ਦਿਨ ਬਾਅਦ ਅਪਲਾਈ ਕਰੀਏ ਅਤੇ ਆਫਰ ਲੈਟਰ ਐਡਮਿਸ਼ਨ ਨਹੀਂ ਮਿਲਦੀ। ਸੋ ਇਸ ਤਰੀਕੇ ਨਾਲ ਸਾਡੇ ਆਫਿਸ ਦੇ ਕੰਟੈਕਟ ਦੇ ਵਿੱਚ ਆ ਕੇ, ਈਵਨ ਕਿ ਇਸ ਵਕਤ ਸਤੰਬਰ ਦੀਆਂ ਵੀ ਐਡਮਿਸ਼ਨਸ ਹਾਲੇ ਵੀ ਕੁਝ ਕਾਲਜਿਸ ਦੀਆਂ ਸੀਟਾਂ ਹੈਗੀਆਂ ਨੇ ਔਰ ਕੁਝ ਕਾਲਜਿਸ ਸਤੰਬਰ ਵਾਸਤੇ ਐਡਮਿਸ਼ਨਸ ਦਿੰਦੇ ਪਏ ਨੇ। ਲੇਕਿਨ ਜਲਦੀ ਕਰਕੇ ਔਰ ਬੜੇ ਤਰੀਕੇ ਨਾਲ ਫਟਾਫਟ GIC ਅਕਾਊਂਟ ਖੋਲ੍ਹਣਾ ਹੈ, ਪੈਸੇ GIC ਦੇ ਜਲਦੀ ਭਰਨੇ ਨੇ ਔਰ ਆਫਰ ਲੈਟਰ ਜਿੱਦਾਂ ਹੀ ਆਵੇ ਬੈਂਕ ਤੋਂ ਵੇਟ ਨਹੀਂ ਕਰਨਾ, ਬੈਂਕ ਤੋਂ ਫੀਸ ਭਰ ਕੇ, ਬੈਂਕ ਤੋਂ TT ਡਿਟੇਲ ਲੈ ਕੇ ਔਰ ਉਸ TT ਡਿਟੇਲ ਦੇ ਨਾਲ, TT ਰਿਸੀਪਟ ਦੇ ਨਾਲ, ਬੈਂਕ ਦੀ ਰਸੀਦ ਦੇ ਨਾਲ ਆਪਾਂ ਅੰਬੈਸੀ ਦੇ ਵਿੱਚ ਫਾਈਲ ਲਾ ਸਕਦੇ ਹਾਂ। ਲੇਕਿਨ ਔਰ ਅੰਬੈਸੀ ਦੇ ਵਿੱਚ ਫਾਈਲ ਜਿਹੜੀ ਲਾਣੀ ਹੈਗੀ ਆ ਉਹ ਪਹਿਲਾਂ ਹੀ ਤਿਆਰ ਕਰ ਲਵਾਂਗੇ ਤਾਂ ਕਿ ਵੇਟ ਨਾ ਕਰਨਾ ਪਏ, ਟਾਈਮ ਨਾ ਵੇਸਟ ਹੋਏ। ਹੋਰ ਹਾਲੇ ਤੱਕ ਜਿਹੜੇ ਵੈਕਸੀਨੇਟਡ ਪਰਸਨਸ ਨੇ, ਸਟੂਡੈਂਟਸ ਜਾਂ ਹੋਰ, ਉਹਨਾਂ ਨੂੰ ਹਾਲੇ ਤੱਕ ਕੋਈ ਛੂਟ ਨਹੀਂ ਹੈਗੀ। ਲੇਕਿਨ 5 ਜੁਲਾਈ ਤੋਂ 11:59 PM EST ਈਸਟਰਨ ਸਟੈਂਡਰਡ ਟਾਈਮ ਤੋਂ ਬਾਅਦ ਜਿਹੜੇ ਫੁੱਲੀ ਵੈਕਸੀਨੇਟਡ ਪਰਸਨਸ ਨੇ, ਜਿਹੜੇ ਟਰੈਵਲਰਸ ਪਹੁੰਚਣਗੇ, ਉਹਨਾਂ ਨੂੰ ਕਾਫੀ ਛੂਟਾਂ ਨੇ। ਛੂਟ ਹੈਗੀ ਹੈ ਜਿਹੜੀ ਕੁਆਰੰਟੀਨ ਸੀਗਾ, ਹਾਲਾਂਕਿ ਕੁਆਰੰਟੀਨ ਪਲਾਨ ਹੋਣਾ ਚਾਹੀਦਾ ਹੈਗਾ ਜ਼ਰੂਰ ਨਾਲ, ਲੇਕਿਨ ਕੁਆਰੰਟੀਨ ਫਿਲਹਾਲ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਨੇ ਉਹਨਾਂ ਨੂੰ ਜਿਹੜੇ ਫੁੱਲੀ ਵੈਕਸੀਨੇਟਡ ਹੋਣ ਉਹਨਾਂ ਨੂੰ ਕੁਆਰੰਟੀਨ ਤੋਂ ਛੂਟ ਦੀ ਇਜਾਜ਼ਤ ਦੇ ਦਿੱਤੀ ਹੈਗੀ। ਇਹਦਾ ਮਤਲਬ ਨਾ ਹੀ ਹੋਟਲ ਦੇ ਵਿੱਚ ਜਾ ਕੇ ਕੁਆਰੰਟੀਨ ਕਰਨਾ ਪਏਗਾ, ਨਾ ਹੀ ਤੁਹਾਨੂੰ ਜਿਹੜਾ 14 ਡੇਜ਼ ਦਾ ਅਰਲੀਅਰ ਜਿਹੜਾ ਪਹਿਲਾਂ ਕਰਨਾ ਪੈਂਦਾ ਸੀਗਾ ਉਹ ਕਰਨਾ ਪਏਗਾ ਕੁਆਰੰਟੀਨ, ਅਤੇ ਨਾ ਹੀ ਰੀਸੈਂਟਲੀ ਜਿਹੜਾ ਸ਼ੁਰੂ ਕੀਤਾ ਸੀ 8ਵੇਂ ਦਿਨ ਟੈਸਟ ਹੁੰਦਾ ਸੀਗਾ ਇੱਕ, ਉੱਥੇ ਜਾ ਕੇ ਕੁਆਰੰਟੀਨ ਦੇ ਦੌਰਾਨ 8ਵੇਂ ਦਿਨ ਟੈਸਟ ਹੁੰਦਾ ਸੀਗਾ ਕੋਵਿਡ ਦਾ, ਉਹ ਵੀ ਨਹੀਂ ਕਰਵਾਉਣਾ ਪਏਗਾ, ਬਸ਼ਰਤੇ ਕਿ ਫੁੱਲੀ ਵੈਕਸੀਨੇਟਡ ਦਾ ਮਤਲਬ ਦੋਨੇ ਡੋਜ਼ਿਸ ਜਿਹੜੀਆਂ ਵੈਕਸੀਨਸ ਜਿਹੜੀਆਂ ਨੇ, ਇੱਕ ਤਾਂ ਅਪਰੂਵਡ ਹੋਣੀਆਂ ਚਾਹੀਦੀਆਂ ਨੇ ਕੈਨੇਡਾ ਗੌਰਮੈਂਟ ਤੋਂ। ਉਹਨਾਂ ਦੀ ਜ਼ਿਆਦਾਤਰ ਵੈਕਸੀਨਸ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ 'ਚ 2 ਡੋਜ਼ਿਸ ਲੱਗਦੀਆਂ ਨੇ। ਇੱਕ ਵੈਕਸੀਨ ਜਿਹੜੀ ਹੈ ਇਸ ਤਰ੍ਹਾਂ ਦੀ ਜਿਹਦੇ 'ਚ 1 ਡੋਜ਼ ਹੀ ਕਾਫੀ ਹੈਗੀ ਹੈ। ਸੋ ਉਹਦੇ ਵਿੱਚ ਜਿਹੜੀਆਂ ਅਪਰੂਵਡ ਨੇ ਫਾਈਜ਼ਰ, ਮੋਡਰਨਾ, ਐਸਟਰਾਜੈਨਿਕਾ ਜਿਸ ਨੂੰ ਕੋਵਿਸ਼ੀਲਡ ਵੀ ਕਹਿ ਦਿੰਦੇ ਆ, ਔਰ ਜੈਨਸਿਨ ਜਿਹੜੀ ਕਿ ਜੌਨਸਨ ਐਂਡ ਜੌਨਸਨ ਦੀ ਹੈਗੀ ਹੈ, ਇਹ ਅਪਰੂਵਡ ਨੇ। ਔਰ ਜੌਨਸਨ ਐਂਡ ਜੌਨਸਨ ਦੀ ਜਿਹੜੀ ਹੈਗੀ ਆ ਉਸ ਦੀ ਸਿਰਫ ਇਕੱਲੀ ਉਹ ਵੈਕਸੀਨ ਹੈ ਜਿਸ ਦੀ ਸਿੰਗਲ ਡੋਜ਼ ਸਫੀਸ਼ੀਐਂਟ ਹੈਗੀ ਹੈ, ਬਾਕੀ ਸਾਰਿਆਂ ਦੀ 2 ਡੋਜ਼ਿਸ ਲੱਗਦੀਆਂ ਨੇ। ਦੋਨੇ ਡੋਜ਼ਿਸ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਕੈਨੇਡਾ ਦੇ ਵਿੱਚ ਪਹੁੰਚਣ ਤੋਂ 14 ਦਿਨ ਪਹਿਲਾਂ ਹੀ ਤੁਹਾਨੂੰ ਦੋਨੋਂ ਡੋਜ਼ਿਸ ਲੱਗ ਚੁੱਕੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਤੁਹਾਨੂੰ ਇਹ ਜਿਹੜਾ ਵੇਵਰ ਦਾ ਮਤਲਬ ਇਹ ਕੁਆਰੰਟੀਨ ਤੁਹਾਨੂੰ ਨਹੀਂ ਕਰਨਾ ਪਏਗਾ। ਲੇਕਿਨ ਫਿਰ ਵੀ ਜਿਸ ਤਰ੍ਹਾਂ ਦੱਸਿਆ, ਕੁਆਰੰਟੀਨ ਪਲਾਨ ਤੁਹਾਡੇ ਕੋਲ 14 ਦਿਨ ਦਾ ਕੁਆਰੰਟੀਨ ਪਲਾਨ ਤੁਹਾਡੇ ਕੋਲ ਕਿਤੇ ਜਾ ਕੇ ਫਰੈਂਡ, ਰਿਲੇਟਿਵ ਜਾਂ ਕਿਤੇ ਵੀ ਜਾ ਕੇ 14 ਦਿਨ ਦਾ ਕੁਆਰੰਟੀਨ ਪਲਾਨ ਤੁਹਾਡੇ ਕੋਲ ਹੋਣਾ ਜ਼ਰੂਰ ਚਾਹੀਦਾ ਹੈਗਾ, ਤਾਂ ਕਿ ਅਗਰ ਆਫੀਸਰ ਉੱਥੇ ਕਿਤੇ ਵੀ ਕੋਈ ਕਮੀ ਕੱਢੇ ਕਿ ਇਸ ਕਾਰਨ ਕਰਕੇ ਤੁਹਾਨੂੰ ਇਹ ਵੇਵਰ ਨਹੀਂ ਮਿਲਣਾ, ਤੁਹਾਨੂੰ 14 ਡੇਜ਼ ਦਾ ਕੁਆਰੰਟੀਨ ਦੀ ਛੂਟ ਨਹੀਂ ਮਿਲਣੀ, ਅਤੇ ਉਸ ਪਲਾਨ ਦੇ ਮੁਤਾਬਕ ਤੁਸੀਂ 14 ਡੇਜ਼ ਦਾ ਕੁਆਰੰਟੀਨ ਤੁਸੀਂ ਆਪਣਾ ਪੂਰਾ ਕਰ ਸਕੋ। ਹੋਰ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਪਏਗਾ ਕਿ ਜਿਹੜੇ ਵੈਕਸੀਨ ਜਿਹੜੀ ਲੱਗੀ ਤੁਹਾਨੂੰ ਉਸ ਦਾ ਡਾਕੂਮੈਂਟ ਜਿਹੜਾ ਹੈਗਾ ਆਪਾਂ ਇੰਗਲਿਸ਼ ਜਾਂ ਫਰੈਂਚ ਦੇ ਵਿੱਚ ਹੀ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ, ਜਿਹੜਾ ਵੈਕਸੀਨ ਸਰਟੀਫਿਕੇਟ। ਅਗਰ
ਨਹੀਂ ਹੈ ਇੰਗਲਿਸ਼ ਜਾਂ ਫਰੈਂਚ ਵਿੱਚ, ਕਿਸੇ ਹੋਰ ਭਾਸ਼ਾ ਵਿੱਚ ਹੈਗਾ ਤੇ ਉਸ ਨੂੰ ਟਰਾਂਸਲੇਟ ਕਰਨਾ ਜ਼ਰੂਰੀ ਆ। ਔਰ ਉਹ ਇੰਡੀਆ ਦੇ ਵਿੱਚੋਂ ਫਲਾਈਟ ਜਾਂ ਕਿਸੇ ਵੀ ਕੰਟਰੀ ਤੋਂ ਕੈਨੇਡਾ ਦੇ ਵਾਸਤੇ ਫਲਾਈਟ ਲੈਣ ਤੋਂ ਪਹਿਲਾਂ ਅਰਾਈਵ ਕੈਨ ਐਪ ਦੇ ਵਿੱਚ ਅਪਲੋਡ ਕਰਨਾ ਜ਼ਰੂਰੀ ਹੈਗਾ। ਸੋ ਇਹ ਕਿਸੇ ਵੀ ਕੰਟਰੀ ਤੋਂ ਜ਼ਰੂਰੀ ਨਹੀਂ, ਕਿਸੇ ਵੀ ਕੰਟਰੀ ਤੋਂ ਤੁਸੀਂ ਇਹ ਵੈਕਸੀਨ ਲਵਾਇਆ ਹੋ ਸਕਦਾ ਹੈਗਾ, ਉਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। 28 ਦਿਨ ਇੱਕ ਪਹਿਲੀ ਜਿਹੜੀ ਹੈ ਡੋਜ਼ ਤੋਂ ਬਾਅਦ ਅਦਰਵਾਈਜ਼ ਜਿਹੜੇ ਬਾਹਰ ਕਿਸੇ ਨੇ ਟਰੈਵਲ ਕਰਨਾ ਹੈਗਾ, ਉਹਨਾਂ ਤੋਂ ਇਲਾਵਾ ਦੂਜੇ ਲੋਕਾਂ ਨੂੰ ਜ਼ਿਆਦਾ ਜਿਹੜਾ ਤਕਰੀਬਨ ਕੋਈ 10 ਹਫ਼ਤੇ ਦੇ ਕਰੀਬ ਦਾ 12 ਹਫ਼ਤੇ ਦੇ ਕਰੀਬ ਦਾ ਟਾਈਮ ਹੈਗਾ ਜਿਹੜੀ ਸੈਕੰਡ ਡੋਜ਼ ਲੱਗਣ ਦਾ। ਲੇਕਿਨ ਜਿਹੜੇ ਸਟੂਡੈਂਟਸ ਨੇ ਜਾਂ ਇਸ ਤਰ੍ਹਾਂ ਦੇ ਵਿਜ਼ਿਟਰਸ ਨੇ, ਜਿਹੜੇ ਫੋਰਨ ਟਰੈਵਲਰਸ ਨੇ, ਜਿਹੜੇ ਜਾਣਾ ਚਾਹੁੰਦੇ ਨੇ, ਫੋਰਨ ਵਿੱਚ ਟਰੈਵਲ ਕਰਨਾ ਚਾਹੁੰਦੇ ਨੇ, ਉਹਨਾਂ ਨੂੰ 28 ਦਿਨ ਬਾਅਦ ਵੀ ਪਾਸਪੋਰਟ ਲੈ ਕੇ ਜਾਣ ਔਰ ਫਾਰਮ ਇੱਕ ਭਰਨਾ ਪਏਗਾ। ਔਰ ਇੰਡੀਅਨ ਗੌਰਮੈਂਟ ਨੇ ਉਹਨਾਂ ਨੂੰ ਸਪੈਸ਼ਲ ਅਲਾਉ ਕੀਤਾ ਕਿ ਸੈਕੰਡ ਡੋਜ਼ 28 ਦਿਨ ਤੋਂ ਬਾਅਦ ਕਦੇ ਵੀ ਲਵਾ ਸਕਦੇ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਔਰ ਤੁਸੀਂ ਇਹ ਪਹਿਲਾਂ ਹੀ ਜਿਹੜੀ ਮੈਂ ਇੰਸਟਰਕਸ਼ਨ ਦਿੱਤੀਆਂ ਨੇ ਉਹਨਾਂ ਨੂੰ ਫੋਲੋ ਕਰਕੇ ਔਰ ਇਹ ਕੁਆਰੰਟੀਨ ਦੀ ਛੂਟ ਤੁਹਾਨੂੰ ਮਿਲ ਸਕਦੀ ਹੈਗੀ ਹੈ। ਔਰ ਅਗਰ ਕਿਸੇ ਦਾ ਪਹਿਲਾਂ ਵੀ ਗੱਲ ਸੀਗੀ, ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ, ਜਿਨ੍ਹਾਂ ਦੇ ਵੀਜ਼ੇ ਵੀ ਲੱਗ ਚੁੱਕੇ ਨੇ, ਹਾਲੇ ਇੰਡੀਆ ਵਿੱਚ ਨੇ, ਗਏ ਨਹੀਂ ਫੋਰਨ ਦੇ ਵਿੱਚ, ਤੇ ਉਹਨਾਂ ਦੇ ਅਗਰ ਮੈਡੀਕਲ ਐਕਸਪਾਇਰ ਹੋ ਚੁੱਕੇ ਨੇ ਤੇ ਮੈਡੀਕਲ ਜਿਸ ਤਰ੍ਹਾਂ ਕਿ ਹੁਣ ਦੁਬਾਰਾ ਸ਼ੁਰੂ ਹੋ ਰਹੇ ਨੇ 29 ਤਰੀਕ ਤੋਂ 29 ਜੂਨ ਤੋਂ, ਦੁਬਾਰਾ ਮੈਡੀਕਲ ਜ਼ਰੂਰ ਕਰਵਾ ਕੇ ਅਪਲੋਡ ਕਰ ਦੇਣੇ ਚਾਹੀਦੇ, ਐਮਬੈਸੀ ਨੂੰ ਅਪਡੇਟ ਕਰ ਦੇਣੇ ਚਾਹੀਦੇ ਹੈਗੇ। ਇਸ ਗੱਲ ਦਾ ਧਿਆਨ ਰੱਖਣ। ਔਰ ਉਹਨਾਂ ਦੀ GC ਕੀ ਦੇ ਵਿੱਚ ਉੱਥੇ ਡਿਟੇਲ ਹੁੰਦੀ ਹੈ, ਉਸ ਦੇ ਵਿੱਚ ਐਕਸਪਾਇਰਡ ਨਾ ਲਿਖਿਆ ਹੋਵੇ। ਉਸ ਦੇ ਵਿੱਚ ਜੇ ਤੁਹਾਡਾ ਮੈਡੀਕਲ ਐਕਸਪਾਇਰ ਹੋ ਗਿਆ, ਦੁਬਾਰਾ ਕਰਕੇ ਉਸ ਨੂੰ ਐਮਬੈਸੀ ਨੂੰ ਭੇਜ ਕੇ ਉਸ ਦੇ ਵਿੱਚ ਵੇਟ ਕਰਨਾ ਹੈ ਕਿ ਉਸ ਦੇ ਵਿੱਚ ਅਪਡੇਟਡ ਹੋ ਚੁੱਕਿਆ ਹੋਵੇ ਐਮਬੈਸੀ ਵੱਲੋਂ। ਕਿਉਂਕਿ ਜਦੋਂ ਆਪਾਂ ਭੇਜਾਂਗੇ ਐਮਬੈਸੀ ਨੂੰ ਨਵਾਂ ਮੈਡੀਕਲ, ਉਸ ਤੋਂ ਬਾਅਦ ਕੁਝ ਟਾਈਮ 2 ਹਫ਼ਤੇ ਤੋਂ 4 ਹਫ਼ਤੇ ਦੇ ਕਰੀਬ ਲੱਗ ਜਾਣਗੇ ਅਪਡੇਟ ਕਰਨ ਨੂੰ ਐਮਬੈਸੀ ਨੂੰ। ਔਰ ਅਪਡੇਟ ਕਰਨ ਤੋਂ ਬਾਅਦ ਹੀ ਫਲਾਈਟ ਲੈਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈਗਾ। ਕਿਊਬੈਕ ਦੇ ਸਟੂਡੈਂਟਸ ਨੂੰ ਸਾਰਿਆਂ ਨੂੰ ਇੱਕ ਡਿਮਾਂਡ ਲੈਟਰ ਐਮਬੈਸੀ ਵੱਲੋਂ ਆਈ ਸੀਗੀ ਔਰ 30 ਦਿਨ ਦੇ ਵਿੱਚ ਡਾਕੂਮੈਂਟਸ ਦੇਣੇ ਸੀਗੇ। ਕਾਫੀ ਸਾਰੇ ਸਟੂਡੈਂਟਸ ਨੇ ਆਲਰੇਡੀ ਸਾਨੂੰ ਜਾਂ ਆਪਣੇ ਕੰਸਲਟੈਂਟਸ ਨੂੰ ਦੇ ਦਿੱਤੇ ਨੇ, ਲੇਕਿਨ ਜਿਨ੍ਹਾਂ ਨੇ ਹਾਲੇ ਆਪਣੇ ਡਾਕੂਮੈਂਟਸ ਨਹੀਂ ਦਿੱਤੇ, ਛੇਤੀ ਡਾਕੂਮੈਂਟਸ ਆਪਣੇ ਕੰਸਲਟੈਂਟ ਨੂੰ ਜਾਂ ਸਾਨੂੰ ਦੇ ਦੇਣ ਤਾਂ ਕਿ ਐਮਬੈਸੀ ਨੂੰ ਵੇਲੇ ਸਿਰ, ਟਾਈਮ ਸਿਰ, ਛੇਤੀ ਅਪਡੇਟ ਕਰ ਦਈਏ ਅਸੀਂ ਔਰ ਛੇਤੀ ਰਿਜ਼ਲਟ ਤਾਂ ਕਿ ਆਵੇ ਔਰ ਵੀਜ਼ਾ ਲੱਗ ਕੇ ਟਰੈਵਲ ਕਰਨ ਦੇ ਕਾਬਲ ਹੋਈਏ। ਸਟੈਂਪਿੰਗ ਹਾਲੇ ਸਟਾਰਟ ਨਹੀਂ ਹੋਈ। ਵੀਜ਼ਾ ਸਟੈਂਪਿੰਗ 2-ਵੇ ਕੋਰੀਅਰ ਦੇ ਰਾਹੀਂ ਪਹਿਲਾਂ ਹੁੰਦੀ ਸੀਗੀ ਔਰ ਉਹ ਹਾਲੇ ਬੰਦ ਸੀਗੀ, VFS ਬੰਦ ਸੀਗੇ, ਰੀਸੈਂਟਲੀ ਖੁੱਲ੍ਹੇ ਨੇ, ਹਾਲੇ ਵੀਜ਼ਾ ਸਟੈਂਪਿੰਗ ਸ਼ੁਰੂ ਨਹੀਂ ਹੋਈ। ਆਈ ਹੋਪ ਕਿ ਜਿਸ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਤੇ ਵੀਜ਼ਾ ਸਟੈਂਪਿੰਗ ਵੀ ਆਈ ਹੋਪ ਛੇਤੀ ਸ਼ੁਰੂ ਹੋ ਜਾਏਗੀ। ਤੁਸੀਂ ਆਪਣੀ ਤਿਆਰੀ ਰੱਖੋ ਔਰ ਵੀਜ਼ਾ ਸਟੈਂਪਿੰਗ ਕਰਵਾ ਕੇ ਉਸ ਤੋਂ ਬਾਅਦ ਹੀ ਟਰੈਵਲ ਕਰ ਸਕਦੇ ਹਾਂ। ਜਿਸ ਤਰ੍ਹਾਂ ਮੈਂ ਦੱਸਿਆ, ਸਤੰਬਰ ਦੀ ਐਡਮਿਸ਼ਨ ਚੱਲਦੀਆਂ ਪਈਆਂ, ਜਨਵਰੀ ਦੀ ਵੀ ਐਡਮਿਸ਼ਨ ਚੱਲਦੀਆਂ ਪਈਆਂ ਨੇ। ਜਨਵਰੀ ਦੇ ਵੀ ਕਈ ਕਾਲਜਿਸ ਦੇ ਕਈ ਪ੍ਰੋਗਰਾਮਸ ਫੁੱਲ ਹੋ ਚੁੱਕੇ ਨੇ ਆਲਰੇਡੀ, ਤੇ ਛੇਤੀ ਐਡਮਿਸ਼ਨ ਲੈ ਲੈਣੀ ਚਾਹੀਦੀ ਹੈਗੀ ਹੈ। ਆਈਲਟਸ ਉਹੀ ਪੁਰਾਣਾ, ਜਿਸ ਤਰ੍ਹਾਂ ਪਹਿਲਾਂ ਦੱਸਦੇ ਆ, ਓਵਰਆਲ 6 not less than 5.5 in 1 ਮੋਡਿਊਲ। ਅਗਰ ਇਸ ਤੋਂ ਘੱਟ ਨੇ ਤੇ ਫਿਰ ਹੋ ਸਕਦਾ ਕਾਲਜਿਸ ਐਡਮਿਸ਼ਨ ਦੇ ਦੇਣ, ESL ਲਾ ਦੇਣਗੇ, ਅੰਗਰੇਜ਼ੀ ਦਾ ਕੋਰਸ ਪੜ੍ਹਨ ਵਾਸਤੇ ਕਹਿ ਦੇਣਗੇ, ਲੇਕਿਨ ਇੰਡੀਆ ਤੋਂ ESL ਦੇ ਨਾਲ ਆਪਾਂ ਨੂੰ ਵੀਜ਼ਾ ਨਹੀਂ ਦਿੰਦੀ ਕੈਨੇਡੀਅਨ ਐਮਬੈਸੀ। ਸੋ ਜਿੰਨੇ ਵੀ ਤੁਹਾਡੇ ਬੈਂਡ ਨੇ, ਘੱਟੋ ਘੱਟ ਓਵਰਆਲ 6 not less than 5.5 ਜਾਂ ਜ਼ਿਆਦਾ ਬੈਂਡਸ, ਉਸ ਥਾਂ ਤੇ ਅਪਲਾਈ ਕਰਨਾ ਜਿੱਥੇ ਆਪਣੀਆਂ ਐਡਮਿਸ਼ਨ ਰਿਕੁਆਇਰਮੈਂਟਸ ਆਈਲਟਸ ਦੀ ਜਾਂ ਹੋਰ ਵੀ, ਜਿਸ ਤਰ੍ਹਾਂ ਕਿ +2 ਕਾਮਰਸ, ਕਈ ਸਟੂਡੈਂਟਸ, ਜ਼ਿਆਦਾਤਰ ਸਟੂਡੈਂਟਸ ਨੇ ਮੈਥਮੈਟਿਕਸ ਨਹੀਂ ਕੀਤਾ ਹੁੰਦਾ, ਕੁਝ ਥਾਂ ਤੇ
ज़्यादातर ਥਾਂ ਤੇ ਤਾਂ ਵੇਵ ਆਫ ਕਰ ਦਿੰਦੇ ਆ ਮੈਥਮੈਟਿਕਸ ਦੀ ਰਿਕੁਆਇਰਮੈਂਟ ਨੂੰ, ਲੇਕਿਨ ਕੁਝ ਥਾਂ ਤੇ ਨਹੀਂ ਕਰਦੇ ਵੇਵ ਆਫ। ਜਿਸ ਤਰ੍ਹਾਂ UFV ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਉੱਥੇ ਵੇਵ ਆਫ ਨਹੀਂ ਕਰਦੇ। ਯੂਨੀਵਰਸਿਟੀ ਆਫ ਰਜਾਈਨਾ ਵੇਵ ਆਫ ਨਹੀਂ ਕਰਦੀ। ਜੇ ਮੈਥਮੈਟਿਕਸ +2 ਕਾਮਰਸ ਦੇ ਸਟੂਡੈਂਟ ਨੇ ਕੀਤਾ ਤੇ ਫਿਰ ਬਿਜ਼ਨਸ ਜਾਂ ਕਾਮਰਸ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਵਿੱਚ ਐਡਮਿਸ਼ਨ ਮਿਲੇਗੀ ਅਨਕੰਡੀਸ਼ਨਲ, ਨਹੀਂ ਤਾਂ ਕੰਡੀਸ਼ਨਲ ਐਡਮਿਸ਼ਨ ਮਿਲੇਗੀ ਔਰ ਉਸ ਦੇ ਨਾਲ ਵੀਜ਼ਾ ਨਹੀਂ ਮਿਲਦਾ। ਇਸੇ ਤਰ੍ਹਾਂ ਆਈਲੈਟਸ ਜਿਹੜੀ ਇੰਗਲਿਸ਼ ਦੀ ਲੈਂਗੁਏਜ ਦੀ ਰਿਕੁਆਇਰਮੈਂਟ ਐਡਮਿਸ਼ਨ ਵਾਸਤੇ ਆਪਣੀ ਪੂਰੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਕਈ, ਜਿਸ ਤਰ੍ਹਾਂ ਯੂਨੀਵਰਸਿਟੀ KPU ਜਿਹੜੀ ਹੈ ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ, ਉਸ ਦੀ ਹਰ ਇੱਕ ਪ੍ਰੋਗਰਾਮ ਵਾਸਤੇ ਰਿਕੁਆਇਰਮੈਂਟ 6.5 ਓਵਰਆਲ, ਨਾਟ ਲੈਸ ਦੈਨ 6 ਹੀ ਚਾਹੀਦੇ ਨੇ। ਜੇ ਘਟਣਗੇ, ਬੈਂਡ ਘੱਟ ਹੋਣਗੇ, ਤੇ ਉਹ ਅੰਗਰੇਜ਼ੀ ਦਾ ਕੋਰਸ ESL ਨਾਲ ਲਾ ਕੇ ਤੁਹਾਨੂੰ ਆਫਰ ਲੈਟਰ ਐਡਮਿਸ਼ਨ ਦੇ ਦੇਣਗੇ। ਲੇਕਿਨ ਇੰਡੀਆ ਤੋਂ ਵੀਜ਼ਾ ਦੇ ਚਾਂਸਿਸ ਬਹੁਤ ਹੀ ਲੋ ਹੋਣਗੇ, ਰਿਫਿਊਜ਼ਲ ਦੇ ਚਾਂਸ ਹੋਣਗੇ, ਨਹੀਂ ਲੈਣਾ ਚਾਹੀਦਾ। ਔਨ ਦਾ ਅਦਰ ਹੈਂਡ ਸੂ ਕਾਲਜ ਜਿਸ ਤਰ੍ਹਾਂ ਹੈਗਾ ਟੋਰੰਟੋ, ਬਰੈਂਪਟਨ ਔਰ ਸੇਂਟ ਮੈਰੀ ਸਿਟੀ ਦੇ ਵਿੱਚ ਕੈਂਪਸ ਹੈਗਾ, ਉਸ ਦੀ ਰਿਕੁਆਇਰਮੈਂਟ ਈਵਨ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਵਾਸਤੇ ਓਵਰਆਲ 6 ਨਾਟ ਲੈਸ ਦੈਨ 5.5, ਆਪਾਂ ਉੱਥੇ ਐਡਮਿਸ਼ਨ ਲੈ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ। ਸੋ ਇਹ ਸਾਰੀਆਂ ਜਿਹੜੀ ਐਡਮਿਸ਼ਨ ਦੀ ਤੁਹਾਡੇ ਕਿੰਨੇ ਬੈਂਡਸ ਨੇ, ਕਿੰਨੀ ਤੁਹਾਡੀ ਪਰਸੈਂਟੇਜ ਹੈ, ਕਿੰਨਾ ਗੈਪ ਹੈ, ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਉੱਥੇ ਜਿੱਥੇ ਕਿ ਪੜ੍ਹ ਕੇ PR ਸੌਖੀ ਹੋਏਗੀ, ਜਾਂ ਕਿ ਜਿੱਥੇ ਤੁਹਾਡੇ ਰਿਲੇਟਿਵ ਫਰੈਂਡਸ ਕੋਈ ਰਹਿੰਦੇ ਨੇ, ਜਾਂ ਕੋਈ ਹੋਰ ਕਾਰਨ, ਜਿਸ ਤਰ੍ਹਾਂ ਕਿ ਵੈਂਕੂਵਰ, ਸਰੀ, ਐਬਟਸਫੋਰਡ ਔਰ BC ਦੇ ਬ੍ਰਿਟਿਸ਼ ਕੋਲੰਬੀਆ, BC ਮੀਨਸ ਬ੍ਰਿਟਿਸ਼ ਕੋਲੰਬੀਆ ਜਿਹੜੀ ਪ੍ਰੋਵਿੰਸ ਆ, ਉਸ ਦੇ ਕੁਝ ਇਲਾਕੇ ਨੂੰ ਛੱਡ ਕੇ ਬਾਕੀ ਸਾਰਾ ਕੈਨੇਡਾ ਜਿਹੜਾ ਹੈਗਾ, ਚਾਹੇ ਕਿਊਬੈਕ ਲੈ ਲਈਏ, ਓਨਟੇਰੀਓ ਦੇ ਵਿੱਚ ਟੋਰੰਟੋ ਏਰੀਆ, ਜਾਂ ਹੋਰ ਸਾਰਾ ਜਿਹੜਾ ਓਨਟੇਰੀਓ, ਮੈਨੀਟੋਬਾ, ਸਸਕੈਚੁਆਨ, ਅਲਬਰਟਾ, ਇਹ ਸਾਰੇ ਜਿਹੜੀ ਪ੍ਰੋਵਿੰਸਿਸ ਨੇ, ਇੱਥੇ -15-20 ਤੋਂ ਲੈ ਕੇ -50 ਤੱਕ ਟੈਂਪਰੇਚਰ ਜਾਂਦਾ। ਸੋ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟਸ, ਅੱਜ ਤੱਕ ਮੈਂ ਕਿਸੇ ਸਟੂਡੈਂਟ ਨੂੰ ਕੰਪਲੇਨ ਕਰਦੇ ਨਹੀਂ ਸੁਣਿਆ ਕਿ ਬਹੁਤ ਜ਼ਿਆਦਾ ਠੰਡ ਹੈਗੀ ਹੈ। ਔਰ ਇਹ ਜਿਹੜਾ ਟੈਂਪਰੇਚਰ ਹੁੰਦਾ ਅਕਤੂਬਰ, ਨਵੰਬਰ ਤੋਂ ਲੈ ਕੇ ਮਾਰਚ ਤੱਕ ਹੁੰਦਾ, ਸਿਰਫ ਸਰਦੀਆਂ ਦੇ ਟਾਈਮ 'ਤੇ। ਗਰਮੀਆਂ ਦੇ ਵਿੱਚ ਉੱਥੇ ਟੈਂਪਰੇਚਰ AC ਵਰਗਾ, ਜਿਸ ਤਰ੍ਹਾਂ 20 ਤੋਂ ਲੈ ਕੇ 25, 27, 28, ਇੰਨਾ ਟੈਂਪਰੇਚਰ, ਬੜਾ ਵਧੀਆ ਟੈਂਪਰੇਚਰ ਹੁੰਦਾ AC ਜਿੱਦਾਂ 에ਅਰ ਕੰਡੀਸ਼ਨਰ ਦਾ ਹੁੰਦਾ। ਸੋ ਕੋਈ ਪ੍ਰੋਬਲਮ ਨਹੀਂ ਹੁੰਦੀ। ਔਰ ਗਰਮੀਆਂ ਵਿੱਚ ਬੜਾ ਵਧੀਆ ਟੈਂਪਰੇਚਰ ਹੁੰਦਾ, ਵੈਦਰ ਹੁੰਦਾ। ਜਿਹੜੇ ਕਿ ਠੰਡ ਤੋਂ ਬਹੁਤ ਜ਼ਿਆਦਾ ਦਿੱਕਤ ਮੰਨਦੇ ਨੇ, ਉਹ ਫਿਰ BC ਦੇ ਉਸ ਇਲਾਕੇ 'ਚ ਵੈਂਕੂਵਰ, ਸਰੀ, ਐਬਟਸਫੋਰਡ ਵਗੈਰਾ ਦੇ ਵਿੱਚ ਜਾ ਸਕਦੇ ਨੇ। ਸੋ ਇਹ ਬਾਕੀ ਤੁਹਾਡੀ ਫਿਰ ਰਿਕੁਆਇਰਮੈਂਟ ਮੀਟ ਹੁੰਦੀ ਹੈ ਕਿ ਨਹੀਂ, ਤੁਹਾਡੇ ਰੈਲੇਵੈਂਟ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡਾ ਕਰੀਅਰ ਪ੍ਰੋਸਪੈਕਟਸ ਵੀ ਵਧੀਆ ਹੋਣ, ਹੋਰ ਤੁਹਾਡੀ ਜਿਹੜੇ ਵੀਜ਼ਾ ਚਾਂਸਿਸ ਵੀ ਜ਼ਿਆਦਾ ਹੋਣ। ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਤੁਹਾਨੂੰ ਪ੍ਰੋਗਰਾਮ ਸੁਜੈਸਟ ਕੀਤੇ ਜਾਂਦੇ ਨੇ। 2003 ਤੋਂ ਕੰਪਨੀ ਹੈਗੀ ਹੈ, ਬਹੁਤ ਪੁਰਾਣੀ, ਕਾਫੀ ਲੰਬਾ ਤਜਰਬਾ ਹੈਗਾ। ICCRC ਮੈਂਬਰ ਹੈਗਾ, ਕੈਨੇਡਾ ਅੰਬੈਸੀ ਜਿਸ ਨੇ ਵੀਜ਼ਾ ਦੇਣਾ, ਉਸ ਦੀ ਵੈਬਸਾਈਟ 'ਤੇ ਨਾਮ ਹੈਗਾ cic.gc.ca ਜਿਹੜੀ ਵੈਬਸਾਈਟ ਆ, ਉੱਥੇ ਇੱਕ ਬਾਕਸ ਹੈਗਾ, ਸਰਚ ਬਾਕਸ, ਉਸ ਦੇ ਵਿੱਚ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਲਿਖਾਂਗੇ ਤੇ ਲਿਸਟ ਜਿਹੜੇ ਨੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਲੀਗਲੀ ਰਿਕਗਨਾਈਜ਼ਡ ਜਿਹੜੇ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਕੰਸਲਟੈਂਟਸ ਦੀ ਲਿਸਟ ਦਿਖਾ ਦੇਗੀ ਕੈਨੇਡਾ ਅੰਬੈਸੀ ਦੀ ਵੈਬਸਾਈਟ। ਉਸ ਦੇ ਵਿੱਚ ICCRC ਮੈਂਬਰਸ ਦੀ ਲਿਸਟ, ਔਰ ਕਲਿੱਕ ਕਰਾਂਗੇ ICCRC ਜਿਹੜੀ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈਗੀ ਆ, ਉਸ ਦੀ ਵੈਬਸਾਈਟ 'ਤੇ ਲੈ ਕੇ ਜਾਏਗੀ ਲਿੰਕ ਉਹ, ਤੇ ਉੱਥੇ ਅਸੀਂ ਲਿਸਟ ਦੇ ਵਿੱਚ ਸਾਰੇ ਨਾਮ ਦੇਖ ਸਕਦੇ ਹਾਂ। ਮੇਰਾ ਨਾਮ ਗਰਗ ਰਵੀ ਕੁਮਾਰ, ਔਰ ਮੇਰੇ ਬਾਰੇ ਔਰ ਕੰਪਨੀ ਬਾਰੇ ਡਿਟੇਲਸ ਦੇਖਣ ਵਾਸਤੇ www.pioneerimmigration.com ਤੇ ਜਾ ਕੇ ਜਦੋਂ ਵੈਬਸਾਈਟ ਖੋਲਾਂਗੇ ਤੇ 15 ਮਿੰਟ ਦੀ ਵੀਡੀਓ ਹੈਗੀ ਹੈ, ਜਿਸ ਦੇ ਵਿੱਚ ਸਾਰੀ ਡਿਟੇਲਸ ਮੇਰੇ ਬਾਰੇ, ਕੰਪਨੀ ਬਾਰੇ ਦਿੱਤੀ ਹੈਗੀ ਆ, ਔਰ ਹੋਰ ਵੀ ਸਾਰੀ ਡਿਟੇਲ ਕਿ ਕੌਣ ਜਿਹੜੇ ਨੇ, ICCRC ਕੀ ਹੈਗੀ ਹੈ, ਔਰ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ, ਆਥੋਰਾਈਜ਼ਡ ਜਿਹੜੇ ਰਿਕਗਨਾਈਜ਼ਡ ਇਮੀਗ੍ਰੇਸ਼ਨ ਕੰਸਲਟੈਂਟਸ ਕੀ ਹੁੰਦੇ ਨੇ, ਉਸ ਬਾਰੇ ਸਾਰੀ ਕਾਫੀ ਡਿਟੇਲ ਦਿੱਤੀ ਗਈ ਹੈਗੀ ਹੈ। ਸੋ ਆਪਣਾ ਪ੍ਰੋਗਰਾਮ ਵੀ ਧਿਆਨ ਨਾਲ ਚੁਣਨਾ ਹੈਗਾ, ਕਿਉਂਕਿ ਤੁਹਾਡੇ ਵੀਜ਼ਾ ਫਿਰ ਚਾਂਸਿਸ ਉਸੇ 'ਤੇ ਡਿਪੈਂਡ ਹੁੰਦੇ ਨੇ। ਆਫ ਕੋਰਸ ਹੋਰ ਬੜੀਆਂ ਚੀਜ਼ਾਂ 'ਤੇ ਡਿਪੈਂਡ ਹੁੰਦੇ ਨੇ, ਤੁਹਾਡੇ ਆਈਲੈਟਸ ਬੈਂਡ ਕਿੰਨੇ ਨੇ, ਤੁਹਾਡੇ ਪਰਸੈਂਟੇਜ ਕਿੰਨੀ ਹੈ, ਗੈਪ ਕਿੰਨਾ ਹੈਗਾ, ਪ੍ਰੋਫਾਈਲ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਤੁਹਾਡਾ ਪ੍ਰੋਫਾਈਲ ਕਿਸ ਤਰ੍ਹਾਂ ਦਾ ਹੈਗਾ। ਲੇਕਿਨ ਕਈ ਵਾਰ ਵੀਕ ਪ੍ਰੋਫਾਈਲ ਨੂੰ ਵੀ
52% ਨੰਬਰ ਹੈਗੇ ਨੇ, ਜ਼ਿਆਦਾ ਗੈਪ ਹੈਗਾ। ਔਰ ਪ੍ਰੋਫਾਈਲ ਵੀਕ ਨੂੰ ਵੀ ਵੀਜ਼ਾ ਦੇ ਦਿੱਤਾ ਜਾਂਦਾ, ਮਿਲ ਜਾਂਦਾ ਹੈ। ਕਈ ਵਾਰ ਸਟਰੋਂਗ ਪ੍ਰੋਫਾਈਲ ਦਾ ਵੀ ਵੀਜ਼ਾ ਆਬਜੈਕਸ਼ਨ ਲੱਗ ਜਾਂਦਾ ਹੈਗਾ। ਡਿਪੈਂਡ ਕਰਦਾ ਹੈ ਕਿ ਜਿਹੜਾ ਵੀਜ਼ਾ ਆਫੀਸਰ ਤੁਹਾਡੀ ਅਸੈਸ ਕਰਦਾ ਪਿਆ ਫਾਈਲ, ਉਹ ਲੀਨੀਅੰਟ ਹੈ ਜਾਂ ਸਟ੍ਰਿਕਟ ਹੈ। ਲੀਨੀਅੰਟ ਵੀਜ਼ਾ ਆਫੀਸਰ ਵੀਜ਼ਾ ਦੇ ਦੇਗਾ, ਸਟ੍ਰਿਕਟ ਵੀਜ਼ਾ ਆਫੀਸਰ ਜਿਹੜਾ ਆਬਜੈਕਸ਼ਨ ਲਗਾ ਦਿੰਦੇ ਨੇ। ਔਰ ਰਿਫਿਊਜ਼ਲ ਵਾਲੇ ਕੇਸਿਸ ਨੂੰ ਦੁਬਾਰਾ ਅਸੀਂ ਅਪਲਾਈ ਕਰ ਦਿੰਦੇ ਹਾਂ। ਔਰ ਜ਼ਰੂਰੀ ਨਹੀਂ ਕੋਈ ਚੇਂਜਿਸ ਹੋਣ, ਅਸੀਂ ਜ਼ਿਆਦਾਤਰ ਕਿਉਂਕਿ ਪਹਿਲਾਂ ਹੀ ਚੰਗਾ ਕੋਰਸ ਔਰ ਚੰਗੀ ਤਰ੍ਹਾਂ ਫਾਈਲ ਲਗਾਈ ਹੁੰਦੀ ਹੈ, ਸੋ ਦੁਬਾਰਾ ਕੁਝ ਖਾਸ ਚੇਂਜਿਸ ਨਹੀਂ ਹੁੰਦੇ। ਲੇਕਿਨ ਵੀਜ਼ਾ ਆਫੀਸਰ ਚੇਂਜ ਹੁੰਦਾ ਹੈ ਤੇ ਅਗੇਨ ਕਿ ਫਿਰ ਜੇ ਲੀਨੀਅੰਟ ਵੀਜ਼ਾ ਆਫੀਸਰ ਹੋਏਗਾ ਤੇ ਵੀਜ਼ਾ ਦੇ ਦੇਗਾ। ਸੋ ਉਸ ਇੰਨਾ ਲੰਬਾ 2003 ਤੋਂ ਤਜਰਬੇ ਦੇ ਕਾਰਨ ਹਜ਼ਾਰਾਂ ਵੀਜ਼ੇ ਲਏ, ਔਰ ਇਹ ਸਾਰਾ ਤਜਰਬਾ ਦੇ ਕਰਕੇ ਬੜਾ ਖਾਸ ਖਿਆਲ ICCRC ਮੈਂਬਰ ਹੋਣ ਦੇ ਨਾਤੇ ਲੇਟੈਸਟ ਅਪਡੇਟਸ ਤੋਂ ਜਾਣੂ ਰੱਖਦੀ ਹੈ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ, ICCRC ਦੀ ਬਾਡੀ। ਸੋ ਐਕਸਪਰਟਿਜ਼ ਹੈਗੀ ਹੈ ਕਿ ਕਿਹੜੇ ਡਾਕੂਮੈਂਟ ਲਗਾਉਣੇ ਹੈ, ਕਿਹੜੇ ਨਹੀਂ ਲਗਾਉਣੇ। ਛੋਟੀ ਛੋਟੀ ਗੱਲ ਤੇ ਛੋਟੀ ਛੋਟੀ ਸਟੈਪ ਵਾਈਜ਼ ਜਿਹੜੇ ਨੇ ਛੋਟੇ ਛੋਟੇ ਸਟੈਪਸ ਦੇ ਲਕੂਨੇ ਨੇ, ਐਕਸਪਰਟਿਜ਼ ਹੈਗੀ ਹੈ। ਧਿਆਨ ਦੇ ਨਾਲ ਫਾਈਲ ਨੂੰ ਲਗਾਉਣਾ ਹੁੰਦਾ ਹੈ। ਔਰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿਹੜਾ ਐਕਸਪਰਟ ਤਰੀਕੇ ਨਾਲ ਕਿਵੇਂ ਫਾਈਲ ਨੂੰ ਲਗਾ ਕੇ ਔਰ ਵੀਜ਼ਾ ਲੈਣ ਦੀ ਕੋਸ਼ਿਸ਼, ਧਿਆਨ ਔਰ 100% ਓਨੈਸਟੀ, ਟਰਾਂਸਪੇਰੈਂਸੀ ਔਰ ਕੇਅਰ ਦਾ ਵਾਅਦਾ। ਔਰ ਇੱਕ ਮੈਂ ਜਿਹੜੀ ਦੇਖੀ ਕਿ ਓਨੈਸਟੀ ਜਿਹੜੀ ਹੈਗੀ ਆ ਬਹੁਤ ਰੇਅਰ ਲੱਭਦੀ ਹੈਗੀ ਆ, ਬਹੁਤ ਹੀ ਰੇਅਰ ਵੇਖੀ। ਮੈਂ ਖੁਦ ਆਪਣੀ ਲਾਈਫ ਦੇ ਵਿੱਚ ਦੇਖਿਆ ਬਹੁਤ ਦਿੱਕਤ ਵਾਲੀ। ਜਿਸ ਦਾ ਵੀ ਦਾਅ ਚੱਲਦਾ ਹੈ, ਥੋੜ੍ਹਾ ਜਿਹਾ ਉਸ ਨੂੰ ਮੌਕਾ ਮਿਲਣਾ ਚਾਹੀਦਾ ਹੈ। ਟਾਈਮ, ਜਗ੍ਹਾ ਔਰ ਮਤਲਬ ਮੌਕਾ ਮਿਲਣ ਦੀ ਲੋੜ ਹੈਗੀ ਹੈ। ਅਤੇ ਦਾਅ ਲਗਾ ਲੈਂਦੇ ਨੇ ਇਹੋ ਜਿਹੇ ਲੋਕ ਜਿਹੜੇ ਜ਼ਿਆਦਾਤਰ ਓਨੈਸਟ ਨਹੀਂ ਹੁੰਦੇ। ਸੋ ਅਸੀਂ 2003 ਤੋਂ ਓਨੈਸਟੀ ਦੀ ਸਹੁੰ ਖਾ ਕੇ ਹੀ ਇਸ ਕੰਪਨੀ ਨੂੰ ਖੋਲ੍ਹਿਆ ਸੀ। ਤੁਹਾਡੇ ਵਾਸਤੇ 100% ਓਨੈਸਟੀ ਦਾ ਵਾਅਦਾ, ਮੇਰੀ ਪਰਸਨਲ ਕੇਅਰ ਓਨੈਸਟੀ ਨੂੰ ਵੀ ਲੈ ਕੇ ਔਰ ਬਾਕੀ ਸਾਰੀ ਚੀਜ਼ ਦੀ ਕੇਅਰ ਨੂੰ ਵੀ ਲੈ ਕੇ, ਐਕਸਪਰਟਿਜ਼ ਨੂੰ ਵੀ ਲੈ ਕੇ, ਔਰ ਹਰ ਫਾਈਲ ਦੇ ਉੱਪਰ ਮੇਰੀ ਨਿਗਾਹ ਕਿ ਕੋਰਸ ਕਿਹੜਾ ਦਿੱਤਾ ਗਿਆ ਤੁਹਾਨੂੰ, ਕੋਰਸ ਰੈਲੇਵੈਂਟ ਹੋਵੇ, ਉਸ ਤੋਂ ਬਾਅਦ ਡਾਕੂਮੈਂਟਸ ਪ੍ਰੋਪਰ ਲੱਗੇ ਹੋਣ, ਫਾਈਲ ਮੇਰੇ ਦੁਆਰਾ ਚੈੱਕ ਕੀਤੀ ਜਾਂਦੀ ਹੈ ਔਰ ਅੰਬੈਸੀ ਦੇ ਵਿੱਚ ਲਗਾਈ ਜਾਂਦੀ ਹੈ। ਹਰ ਚੀਜ਼ 'ਤੇ ਨਿਗਾਹ, ਹਰ ਚੀਜ਼ ਦੀ ਕੇਅਰ। ਔਰ ਇਹ ਜਿਹੜੇ ਅਪਡੇਟਸ ਕੁਛ ਹੁਣ ਸ਼ੇਅਰ ਕੀਤੇ ਨੇ ਅੱਜ, ਕੁਛ ਜਿਹੜੇ ਪੁਰਾਣੇ ਸੈਸ਼ਨ ਦੇ ਵਿੱਚ ਸ਼ੇਅਰ ਕਰਦੇ ਰਹਿੰਦੇ ਹੈਗੇ ਆ ਲਾਈਵ ਸੈਸ਼ਨਸ। ਅਤੇ ਪੁਰਾਣੀ ਕਾਫੀ ਸਾਰੀ TV ਇੰਟਰਵਿਊਜ਼ ਜਿਹੜੀਆਂ ਹੁੰਦੀਆਂ ਨੇ, ਅਲੱਗ-ਅਲੱਗ TV ਚੈਨਲਸ 'ਤੇ ਅਲੱਗ-ਅਲੱਗ ਟਾਈਮ 'ਤੇ TV ਇੰਟਰਵਿਊਜ਼ ਹੁੰਦੀਆਂ ਨੇ, ਜਿਸ ਦੇ ਵਿੱਚ ਇਸ ਤਰੀਕੇ ਨਾਲ ਕਾਫੀ ਸਾਰੀ ਡਿਸਕਸ਼ਨਸ ਹੁੰਦੀਆਂ ਨੇ। ਔਰ ਸਟੂਡੈਂਟਸ ਦੇ ਜਾਂ ਹੋਰ ਜਿਹੜੇ ਵਿਜ਼ਟਰ ਵੀਜ਼ਾ ਜਾਂ ਪੇਰੈਂਟਸ ਦਾ ਸੁਪਰ ਵੀਜ਼ਾ, ਪੇਰੈਂਟਸ ਦੀ PR ਦੀ ਕੈਟੇਗਰੀ, ਔਰ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਸਾਡੇ 2 ਆਫਿਸ ਸੈਸਕਾਟੂਨ ਔਰ ਬਰੈਂਪਟਨ ਦੇ ਵਿੱਚ, ਉੱਥੇ ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਆਫਿਸਿਸ, ਹੈੱਡ ਆਫਿਸ ਚੰਡੀਗੜ੍ਹ, ਬਾਕੀ ਬ੍ਰਾਂਚ ਆਫਿਸਿਸ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਦਿੱਲੀ, ਵਡੋਦਰਾ, ਇਹਨਾਂ ਆਫਿਸਿਸ ਦੇ ਵਿੱਚ ਸਾਰੀ ਕੇਅਰ। ਅਤੇ ਖਾਸ ਤੌਰ 'ਤੇ ਕੈਨੇਡਾ ਆਫਿਸ ਦੇ ਵਿੱਚ ਜਿਹੜੇ ਸਟੂਡੈਂਟਸ ਉੱਥੇ ਹੈਗੇ ਨੇ, ਕੈਨੇਡਾ ਵਿੱਚ ਜਾਂਦੇ ਨੇ, ਉਹਨਾਂ ਦੀ PR ਦੀ ਕੈਟੇਗਰੀਜ਼ ਅਲੱਗ-ਅਲੱਗ, ਕਿਹੜੀ ਪ੍ਰੋਵਿੰਸਿਸ ਕਿਸ ਤਰੀਕੇ ਨਾਲ PR ਹੋਏਗੀ ਔਰ PR ਦੇ ਵਿੱਚ ਐਲੀਜੀਬਲ ਹੈਗੇ ਨੇ, ਅਤੇ ਉਹਨਾਂ ਦੀਆਂ ਫਾਈਲਸ ਅਸੀਂ ਸਬਮਿਟ ਕਰਦੇ ਹਾਂ ਅੰਬੈਸੀ ਦੇ ਵਿੱਚ। ਅਸੀਂ ਆਪ ਫਾਈਲਾਂ ਲਾਉਂਦੇ ਹੈਗੇ ਹਾਂ ਬੜਾ ਧਿਆਨ ਨਾਲ, ਖਿਆਲ ਨਾਲ। ਔਰ ਇਸ ਗੱਲ ਦੀ ਖਾਸ ਧਿਆਨ ਕਿ ਚਾਹੇ ਕੈਨੇਡਾ ਦੇ ਵਿੱਚ ਚਾਹੇ ਇੰਡੀਆ ਦੇ ਵਿੱਚ, ਬਹੁਤ ਸਾਰੀ ਕੈਟੇਗਰੀਜ਼ ਦੇ ਵਿੱਚ ਮਿਨੀਮਮ ਐਲੀਜੀਬਿਲਿਟੀ ਹੁੰਦੀ ਹੈ ਕਿ ਇਸ ਤਰੀਕੇ ਨਾਲ PR ਹੋਣ ਦੇ ਚਾਂਸ ਹੁੰਦੇ ਨੇ। ਲੇਕਿਨ ਡਿਪੈਂਡ ਕਰਦਾ ਉਸ ਟਾਈਮ 'ਤੇ ਉਸ ਕੈਟੇਗਰੀ ਦੀ ਐਲੀਜੀਬਿਲਿਟੀ ਬਣਦੀ ਹੈ ਕਿ ਨਹੀਂ। ਅਸੀਂ 100% ਓਨੈਸਟੀ ਨੂੰ ਧਿਆਨ 'ਚ ਰੱਖਦੇ ਹੋਏ, ਜੇ ਤੁਹਾਡੀ PR ਸਟੂਡੈਂਟ ਦੀ ਜਾਂ ਹੋਰ ਦੀ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਹੁੰਦੇ ਆ, ਫਿਰ ਹੀ ਕੇਸ ਨੂੰ ਲੈਂਦੇ ਹਾਂ। ਇਹ ਨਹੀਂ ਕਿ ਫੀਸ ਲੈ ਲਈ ਔਰ ਫਿਰ ਉਹ ਐਲੀਜੀਬਿਲਿਟੀ ਬਣਦੀ ਹੀ ਨਹੀਂ ਔਰ ਹੋਣਾ ਹੀ ਨਹੀਂ ਸੀ ਕੰਮ, ਲੇਕਿਨ ਫਿਰ ਵੀ ਫੀਸ ਲੈ ਕੇ ਮਿਸਗਾਈਡੈਂਸ ਵਾਲੀ ਗੱਲ ਬੜੇ ਸਾਰੇ ਕੰਸਲਟੈਂਟ ਕਰਦੇ ਨੇ, ਬਚਣਾ ਹੈਗਾ। ਔਰ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਣਾ ਕੰਸਲਟੈਂਟ ਧਿਆਨ ਨਾਲ ਚੁਣਨਾ ਹੈਗਾ, ਕਿਉਂਕਿ ਬੜੇ ਸਾਰੇ ਠੱਗੀਆਂ ਦੇ ਚਾਂਸਿਸ ਹੁੰਦੇ ਨੇ, ਕਾਰਨ ਬਣਦੇ ਨੇ। ਫਿਰ ਅਖਬਾਰਾਂ ਦੇ ਵਿੱਚ TV 'ਤੇ ਆਉਂਦਾ ਹੈਗਾ
ਔਰ ਨਿਊਜ਼ ਆਉਂਦੀਆਂ ਨੇ ਔਰ ਲੋਕੀ ਲੱਖਾਂ ਰੁਪਏ ਦੀ ਠੱਗੀ ਦੇ ਸ਼ਿਕਾਰ ਹੁੰਦੇ ਨੇ ਅਲੱਗ-ਅਲੱਗ ਤਰੀਕੇ ਨਾਲ। ਸੋ ਇੱਕ ਛੋਟਾ ਜਿਹਾ ਟਿਪ ਕਿ ਸਟੂਡੈਂਟਸ ਖਾਸ ਤੌਰ 'ਤੇ ਜਦੋਂ ਵੀ ਫੀਸ ਟ੍ਰਾਂਸਫਰ ਕਰਨੀ ਹੈ GIC ਦਾ ਅਮਾਊਂਟ ਆਪਣੇ ਬੈਂਕ ਅਕਾਊਂਟ ਤੋਂ ਸਿੱਧਾ ਕੈਨੇਡੀਅਨ ਬੈਂਕ ਨੂੰ ਟ੍ਰਾਂਸਫਰ ਕਰਨਾ ਹੈਗਾ। ICICI ਬੈਂਕ ਹੈਗਾ, ਸਕੋਸ਼ੀਆ ਬੈਂਕ ਹੈਗਾ ਜਾਂ ਹੋਰ ਵੀ ਬੈਂਕ ਹੈਗੇ ਨੇ, ਔਰ ਆਪਣੇ ਬੈਂਕ ਤੋਂ ਕਾਲਜ ਦੀ ਫੀਸ ਸਿੱਧਾ ਟ੍ਰਾਂਸਫਰ ਕਰਨੀ ਹੈ। ਕਿਸੇ ਵੀ ਕੰਸਲਟੈਂਟ ਨੂੰ ਬੈਂਕ ਡਰਾਫਟ ਰਾਹੀਂ ਜਾਂ ਬੈਂਕ ਟ੍ਰਾਂਸਫਰ ਰਾਹੀਂ ਕੈਸ਼ ਜਾਂ ਕਿਸੇ ਹੋਰ ਜ਼ਰੀਏ ਨਾਲ ਆਪਣੇ ਕੰਸਲਟੈਂਟ ਨੂੰ ਕਾਲਜ ਦੀ ਫੀਸ ਔਰ GIC ਦੀ ਫੀਸ ਨਹੀਂ ਦੇਣੀ। ਕੰਪਨੀ ਦੀ ਫੀਸ ਜੋ ਉਹਨਾਂ ਦੀ ਫੀਸ ਹੈਗੀ ਹੈ 10-20 ਹਜ਼ਾਰ ਜਾਂ ਵਟਐਵਰ ਉਹ ਦੇ ਸਕਦੇ ਆ। ਪਾਇਓਨੀਅਰ ਇਮੀਗ੍ਰੇਸ਼ਨ ਦੀ ਕੋਈ ਫੀਸ ਨਹੀਂ ਹੈ, 2000 ਰੁਪਏ ਸਿਰਫ ਰਜਿਸਟ੍ਰੇਸ਼ਨ ਚਾਰਜਿਸ। ਔਰ ਸਾਨੂੰ ਜਿਹੜੇ ਸਾਡੇ ਆਫਿਸਿਸ ਦੇ ਖਰਚੇ ਕਾਲਜਿਸ ਯੂਨੀਵਰਸਿਟੀਜ਼ ਦਿੰਦੇ ਨੇ, ਜਿਨ੍ਹਾਂ ਦੇ ਅਸੀਂ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ, ਔਰ ਉਹਨਾਂ ਦੇ ਵੱਲੋਂ ਇੱਕ ਕਿਸਮ ਦੇ ਇੱਥੇ ਅਸੀਂ ਆਫਿਸਿਸ ਖੋਲ੍ਹ ਕੇ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਸਟੂਡੈਂਟਸ ਨੂੰ ਦਿੰਦੇ ਹੈਗੇ ਆ। ਸੋ ਵੈਲਕਮ। ਔਰ ਕਰੋਨਾ ਕਾਫੀ ਘਟ ਗਿਆ ਹੈਗਾ ਔਰ ਸਾਰੀਆਂ ਚੀਜ਼ਾਂ ਹੌਲੀ ਹੌਲੀ ਕਰਕੇ ਖੁੱਲ੍ਹ ਗਈਆਂ ਹੈਗੀਆਂ। ਇਸ ਦੇ ਵਾਸਤੇ ਬੜੀ ਖੁਸ਼ੀ ਹੈਗੀ ਹੈ ਔਰ ਇਹ ਚੰਗਾ ਟਾਈਮ ਹੈਗਾ ਜਦੋਂ ਕਿ ਅੱਗੇ ਵੱਧ ਕੇ ਫਟਾਫਟ ਆਫਿਸ ਦੇ ਵਿੱਚ ਗੱਲਬਾਤ ਕਰਕੇ ਤੁਸੀਂ ਐਡਮਿਸ਼ਨ ਲੈ ਲਓ ਕਾਲਜ ਦੇ ਵਿੱਚ ਔਰ ਵੀਜ਼ਾ ਲਗਵਾ ਕੇ, ਔਰ ਜਿੱਦਾਂ ਹੀ ਫਲਾਈਟਸ ਖੁੱਲ੍ਹਣ 31 ਜੁਲਾਈ ਤੋਂ ਬਾਅਦ ਤੁਸੀਂ ਫਲਾਈਟ ਲੈ ਕੇ ਜਾਓ ਕੈਨੇਡਾ। ਔਰ ਖਬਰ ਹੈਗੀ ਹੈ ਕਿ ਨੈਕਸਟ ਵੇਰੀਐਂਟ ਜਿਹੜਾ ਹੈਗਾ ਕਰੋਨਾ ਦਾ ਜਲਦੀ ਸਤੰਬਰ ਅਕਤੂਬਰ ਜਾਂ ਇਸ ਤਰ੍ਹਾਂ ਕਿਸੇ ਟਾਈਮ 'ਤੇ ਦੁਬਾਰਾ ਅਟੈਕ ਕਰ ਸਕਦਾ ਹੈਗਾ। ਬਚਾਵ ਹਾਲੇ ਵੀ ਰੱਖਣਾ, ਪ੍ਰੀਕੋਸ਼ਨਸ ਲੈਣੀਆਂ ਨੇ, ਧਿਆਨ ਰੱਖਣਾ ਹੈਗਾ ਤਾਂ ਕਿ ਕਰੋਨਾ ਦੇ ਕੇਸਿਸ ਤੋਂ ਬਚਾਅ ਹੋ ਸਕੇ, ਵਧਣ ਨਾ ਕਰੋਨਾ ਦੇ ਕੇਸਿਸ। ਔਰ ਥਰਡ ਵੇਵ ਜਿਹੜੀ ਜਿਹਨੂੰ ਕਹਿੰਦੇ ਅਸੀਂ ਕਰੋਨਾ ਦੀ, ਸਤੰਬਰ ਅਕਤੂਬਰ ਜਾਂ ਜਦੋਂ ਵੀ ਆਉਂਦੀ ਆ ਉਸ ਤੋਂ ਪਹਿਲਾਂ ਆਪਣਾ ਸਾਰਾ ਕੰਮ ਤੁਸੀਂ ਆਪਣਾ ਕਰਵਾ ਲਓ। ਔਰ ਉਸ ਤੋਂ ਬਾਅਦ ਰੱਬ ਨਾ ਕਰੇ ਅਗਰ ਫਿਰ ਦੁਬਾਰਾ ਕਰੋਨਾ ਦੀ ਕੋਈ ਅਟੈਕ ਹੁੰਦਾ ਵੱਧਦਾ ਹੈਗਾ ਤੇ ਫਿਰ ਦੁਬਾਰਾ ਪ੍ਰੀਕੋਸ਼ਨਸ ਲੈਣੀਆਂ ਪੈ ਸਕਦੀਆਂ ਨੇ ਆਪਾਂ ਨੂੰ। ਹਰ ਸ਼ਨੀਵਾਰ ਸਵੇਰੇ 11 ਵਜੇ ਲੇਟੈਸਟ ਅਪਡੇਟਸ ਤੋਂ ਦੇ ਉੱਪਰ ਗੱਲਬਾਤ ਕਰਦੇ ਹਾਂ, ਸ਼ੇਅਰ ਕਰਦੇ ਹਾਂ, ਔਰ ਜ਼ਰੂਰ ਨਾਲ ਜੁੜਿਆ ਕਰੋ। ਔਰ ਜੇ ਉਸ ਟਾਈਮ 'ਤੇ 11 ਵਜੇ ਤੁਸੀਂ ਨਾਲ ਨਹੀਂ ਜੁੜ ਸਕਦੇ ਤੇ ਫਿਰ ਬਾਅਦ ਦੇ ਵਿੱਚ ਫੇਸਬੁੱਕ, ਇੰਸਟਾਗ੍ਰਾਮ ਪੇਜ ਜਾਂ YouTube 'ਤੇ ਇਹ ਮੇਰੇ ਲਾਈਵ ਸੈਸ਼ਨਸ ਔਰ TV ਇੰਟਰਵਿਊਜ਼ ਜਿਹੜੇ ਨੇ ਅਲੱਗ-ਅਲੱਗ ਚੈਨਲਸ 'ਤੇ ਕਿਸ ਟਾਈਮ ਆਉਂਦੇ ਨੇ ਇਸ ਦੇ ਬਾਰੇ ਤੁਸੀਂ ਮੇਰਾ ਸਕੈਡਿਊਲ ਲੈ ਸਕਦੇ ਹੋ। 70613 ਇੰਡੀਆ ਦੇ ਫੋਨ 'ਤੇ ਕਾਲ ਕਰਕੇ, ਔਰ ਉਹ TV ਇੰਟਰਵਿਊਜ਼ ਡਾਇਰੈਕਟ ਵੀ ਦੇਖ ਸਕਦੇ ਹੋ TV 'ਤੇ, ਜਾਂ ਫਿਰ ਬਾਅਦ ਦੇ ਵਿੱਚ ਜ਼ਿਆਦਾਤਰ ਉਹਨਾਂ TV ਇੰਟਰਵਿਊਜ਼ ਨੂੰ ਅਪਲੋਡ ਕਰ ਦਿੱਤਾ ਜਾਂਦਾ ਹੈ ਫੇਸਬੁੱਕ, ਇੰਸਟਾਗ੍ਰਾਮ 'ਤੇ, ਉੱਥੇ ਵੀ ਦੇਖ ਸਕਦੇ ਹੋ। ਵੈਲਕਮ, ਬਹੁਤ ਬਹੁਤ ਧੰਨਵਾਦ ਜੁੜਨ ਲਈ। ਸਤਿ ਸ਼੍ਰੀ ਅਕਾਲ।